ਵਾਹਿਗੁਰੂ 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 ਵਾਹਿਗੁਰੂ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਅਜੀਤ ਵੈਬ ਟੀਵੀ ਦੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਤੋਂ ਵਿਦੇਸ਼ ਤੋਂ ਰੋਜ਼ਾਨਾ ਹੀ ਸੈਂਕੜੇ ਸ਼ਰਧਾਲੂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚਦੇ ਹਨ। ਵਿਸ਼ਵ ਵਿਆਪੀ ਸੰਕਟ ਕਰੋਨਾ ਦੇ ਕਰਕੇ ਸਿੱਖ ਸੰਗਤਾਂ ਦੀ ਜਿੱਥੇ ਆਮਦ ਘਟੀ ਹੈ, ਉੱਥੇ ਹੀ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਵੀ ਸਿੱਖ ਸੰਗਤਾਂ ਦੀ ਆਮਦ ਘਟੀ ਹੈ ਤੇ ਇੱਥੇ ਰੋਜ਼ਾਨਾ ਦੀ ਹੋਣ ਵਾਲੀ ਖਪਤ ਲੰਗਰ ਹਾਲ ਦੇ ਵਿੱਚ ਉਸ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਆਓ ਅੱਜ ਅਸੀਂ ਇਸ ਮਾਧਿਅਮ ਰਾਹੀਂ ਸਿੱਖ ਸੰਗਤਾਂ ਨੂੰ ਵੀ ਦਰਸ਼ਨ ਕਰਵਾਵਾਂਗੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਕਿਸ ਤਰੀਕੇ ਦੇ ਨਾਲ ਇਹ ਲੰਗਰ ਪ੍ਰਥਾ ਚੱਲਦੀ ਹੈ, ਕਿਵੇਂ ਸਿੱਖ ਸੰਗਤਾਂ ਇੱਥੇ ਪ੍ਰਸ਼ਾਦਾ ਛਕਦੀਆਂ ਨੇ, ਆਈਆਂ ਹੋਈਆਂ ਸਿੱਖ ਸੰਗਤਾਂ ਕਿਸ ਤਰੀਕੇ ਦੇ ਨਾਲ ਸੇਵਾ ਕਰਦੀਆਂ ਨੇ। ਸੋ ਇਸ ਵੇਲੇ ਤੁਸੀਂ ਦਰਸ਼ਨ ਕਰ ਸਕਦੇ ਹੋ ਸ਼੍ਰੀ ਗੁਰੂ ਰਾਮਦਾਸ ਲੰਗਰ ਹਾਲ, ਜਿੱਥੋਂ ਦਾਖਲਾ ਹੁੰਦਾ ਹੈ। ਸਿੱਖ ਸੰਗਤਾਂ ਇੱਥੇ ਬੜੇ ਪਿਆਰ ਦੇ ਨਾਲ ਰੋਜ਼ਾਨਾ ਹੀ ਸੇਵਾ ਕਰਨ ਦੇ ਲਈ ਪਹੁੰਚਦੀਆਂ ਹਨ ਅਤੇ ਜਿਹੜੀ ਸੰਗਤ ਇੱਥੇ ਲੰਗਰ ਛਕਣ ਦੇ ਲਈ ਪਹੁੰਚਦੀ ਹੈ, ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ, ਪਿਆਰ ਦੇ ਨਾਲ ਜਿਹੜੀ ਹੈ ਉਹ ਬਰਤਨ ਦਿੱਤੇ ਜਾਂਦੇ ਨੇ। ਬੜੇ ਪਿਆਰ ਦੇ ਨਾਲ, ਅਦਬ ਦੇ ਨਾਲ, ਮਰਿਆਦਾ ਦੇ ਵਿੱਚ ਰਹਿ ਕੇ ਸਿੱਖ ਸੰਗਤਾਂ ਜਿਹੜੀਆਂ ਨੇ ਇਹ ਸੇਵਾ ਨਿਭਾਉਂਦੀਆਂ ਨੇ। ਸੋ ਬਹੁਤ ਹੀ ਆਨੰਦਮਈ ਮਾਹੌਲ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈ। ਗੁਰੂ ਰਾਮਦਾਸ ਲੰਗਰ ਹਾਲ ਵਿਖੇ ਮਰਿਆਦਾ ਦੇ ਮੁਤਾਬਕ ਰੋਜ਼ਾਨਾ ਹੀ 24 ਘੰਟੇ ਜਿਹੜੀ ਲੰਗਰ ਪ੍ਰਥਾ ਚੱਲਦੀ ਹੈ, ਉਸ ਦੇ ਵਿੱਚ ਸੇਵਾਵਾਂ ਨਿਭਾਉਣ ਦੇ ਲਈ ਸਿੱਖ ਸੰਗਤਾਂ ਰੋਜ਼ਾਨਾ ਵੱਡੀ ਤਾਦਾਦ ਦੇ ਵਿੱਚ ਇੱਥੇ ਪਹੁੰਚਦੀਆਂ ਹਨ। ਜਿਹੜੇ ਸ਼ਰਧਾਲੂ ਇੱਥੇ ਪਹੁੰਚਦੇ ਨੇ, ਉਹਨਾਂ ਵੱਲੋਂ ਬੜੇ ਪਿਆਰ ਦੇ ਨਾਲ, ਸੁਚੱਜੇ ਢੰਗ ਦੇ ਨਾਲ ਇੱਥੇ ਸੇਵਾਵਾਂ ਜਿਹੜੀਆਂ ਨਿਭਾਈਆਂ ਜਾਂਦੀਆਂ ਨੇ। ਤਾਂ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਕਿ ਜਿਹੜੀਆਂ ਸਿੱਖ ਸੰਗਤਾਂ ਇੱਥੇ ਪਹੁੰਚਦੀਆਂ ਨੇ, ਵਿਸ਼ਵ ਵਿਆਪੀ ਸੰਕਟ ਕਰੋਨਾ ਦੇ ਕਰਕੇ ਭਾਵੇਂ ਸਿੱਖ ਸੰਗਤਾਂ ਦੀ ਆਮਦ ਜਿਹੜੀ ਹੈ ਉਸ ਦੇ ਉੱਪਰ ਅਸਰ ਦੇਖਣ ਨੂੰ ਮਿਲਦਾ ਹੈ, ਪਰ ਇਸ ਦੇ ਬਾਵਜੂਦ ਵੀ ਜਿਹੜੇ ਸ਼ਰਧਾਲੂ ਨੇ ਉਹ ਇੱਥੇ ਪਹੁੰਚਦੇ ਨੇ। ਮਰਿਆਦਾ ਦੇ ਮੁਤਾਬਕ ਲੰਗਰ ਉਹਨਾਂ ਵੱਲੋਂ ਛਕਿਆ ਜਾਂਦਾ ਹੈ। ਸੋ ਇਸ ਤਰੀਕੇ ਦੇ ਨਾਲ ਸਾਰੇ ਪਾਸਿਆਂ ਦੇ ਜਿਹੜੇ ਦਰਵਾਜ਼ੇ ਨੇ, ਕੋਨੇ ਨੇ, ਉੱਥੇ ਸਿੱਖ ਸੰਗਤਾਂ ਦੀ ਆਮਦ ਨੂੰ ਲੈ ਕੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਪੁਖਤਾ ਤਰੀਕੇ ਦੇ ਨਾਲ ਇੱਥੇ ਕੀਤੇ ਗਏ ਨੇ। ਇਸ ਤੋਂ ਬਾਅਦ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਇੱਥੋਂ ਦਾਖਲ ਹੁੰਦੀਆਂ ਨੇ ਲੰਗਰ ਹਾਲ ਦੇ ਵਿੱਚ। ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਿਹੜੀਆਂ ਸਿੱਖ ਸੰਗਤਾਂ ਇੱਥੇ ਲੰਗਰ ਤਿਆਰ ਕਰਦੀਆਂ ਨੇ, ਉਹਨਾਂ ਵੱਲੋਂ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ। ਸਬਜ਼ੀਆਂ ਜਿਹੜੀਆਂ ਨੇ ਉਹ ਤਿਆਰ ਕਰਨ ਦੇ ਲਈ ਉਹਨਾਂ ਵੱਲੋਂ ਕਟਾਈ ਵੀ ਕੀਤੀ ਜਾਂਦੀ ਹੈ। ਤਾਂ ਅਸੀਂ ਉਸ ਦ੍ਰਿਸ਼ ਨੂੰ ਵੀ ਤੁਹਾਨੂੰ ਜਿਹੜਾ ਹੈ ਰੂਬਰੂ ਕਰਵਾਵਾਂਗੇ। ਤਾਂ ਇੱਥੇ ਲੰਗਰ ਛਕਣ ਦੇ ਨਾਲ ਚਾਹ ਦਾ ਲੰਗਰ ਵੀ ਜਿਹੜਾ ਹੈ ਉਹ ਸਿੱਖ ਸੰਗਤਾਂ ਵਾਸਤੇ ਲਗਾਇਆ ਜਾਂਦਾ ਹੈ। ਸਿੱਖ ਸੰਗਤਾਂ ਚਾਹ ਦਾ ਲੰਗਰ ਵੀ ਇੱਥੇ 24 ਘੰਟੇ ਛਕਦੀਆਂ ਨੇ। ਵੱਡੀ ਤਾਦਾਦ ਦੇ ਵਿੱਚ ਰੋਜ਼ਾਨਾ ਸ਼ਰਧਾਲੂ ਆਉਂਦੇ ਨੇ, ਪਰ ਕਰੋਨਾ ਦੇ ਕਰਕੇ 50% ਹਾਜ਼ਰੀ ਜਿਹੜੀ ਹੈ ਸਿੱਖ ਸੰਗਤਾਂ ਦੀ ਘਟੀ ਹੈ। ਜਦਕਿ ਦੂਜੇ ਪਾਸੇ ਜਿਹੜੇ ਇੱਥੇ ਸ਼ਰਧਾਲੂ ਸੇਵਾ ਕਰਨ ਦੇ ਲਈ ਆਉਂਦੇ ਨੇ, ਉਹਨਾਂ ਦੇ ਉਤਸ਼ਾਹ ਦੇ ਵਿੱਚ ਕੋਈ ਵੀ ਘਾਟ ਜਿਹੜੀ ਹੈ ਇਹ ਮਹਿਸੂਸ ਨਹੀਂ ਹੁੰਦੀ। ਸੋ ਇੱਥੇ ਲੰਗਰ ਇਸ ਵੇਲੇ ਸਿੱਖ ਸੰਗਤਾਂ ਛਕ ਰਹੀਆਂ ਨੇ ਚਾਹ ਦਾ। ਤਾਂ ਇਸ ਤੋਂ ਬਾਅਦ ਸਿੱਖ ਸੰਗਤਾਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਿਹੜੀਆਂ ਇੱਥੇ ਸੇਵਾ ਕਰ ਰਹੀਆਂ ਨੇ। ਹਰੀਆਂ ਸਬਜ਼ੀਆਂ ਜਿਹੜੀਆਂ ਇੱਥੇ ਆਉਂਦੀਆਂ ਨੇ, ਜੋ ਲੰਗਰ ਦੇ ਵਿੱਚ ਤਿਆਰ ਹੁੰਦੀਆਂ ਨੇ, ਉਹਨਾਂ ਦੀ ਸੇਵਾਵਾਂ ਜਿਹੜੀਆਂ ਨੇ ਸਿੱਖ ਸੰਗਤਾਂ ਵੱਲੋਂ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ ਨਿਭਾਈ ਜਾਂਦੀ ਹੈ। ਸੋ ਬੀਤੇ ਕੁਝ ਸਾਲਾਂ ਤੋਂ ਇੱਥੇ ਵੱਖ-ਵੱਖ ਜਿਹੜੀਆਂ ਸੰਪਰਦਾਵਾਂ ਨੇ, ਸਿੱਖ ਸੰਸਥਾਵਾਂ ਨੇ, ਉਹਨਾਂ ਵੱਲੋਂ ਵੀ ਰੋਜ਼ਾਨਾ ਸਿੱਖ ਸੰਗਤਾਂ ਦੀ ਇੱਥੇ ਆਮਦ, ਉਹਨਾਂ ਦੀ ਸ਼ਮੂਲੀਅਤ ਕਰਾਈ ਜਾਂਦੀ ਹੈ। ਉਹਨਾਂ ਵੱਲੋਂ ਇੱਥੇ ਸੇਵਾਵਾਂ ਜਿਹੜੀਆਂ ਨੇ ਉਹ ਕਰਵਾਈਆਂ ਜਾਂਦੀਆਂ ਨੇ। ਤਾਂ ਆਪ ਮੁਹਾਰੇ ਵੀ ਸਿੱਖ ਸੰਗਤਾਂ ਇੱਥੇ ਪਹੁੰਚਦੀਆਂ ਨੇ। ਤਾਂ ਜਿਹੜੇ ਸ਼ਰਧਾਲੂ ਇੱਥੇ ਪਹੁੰਚਦੇ ਨੇ, ਤੁਸੀਂ ਦੇਖ ਸਕਦੇ ਹੋ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ, ਮਰਿਆਦਾ ਦੇ ਵਿੱਚ ਰਹਿ ਕੇ, ਜ਼ਾਬਤੇ ਦੇ ਵਿੱਚ ਰਹਿ ਕੇ ਉਹਨਾਂ ਵੱਲੋਂ ਸੇਵਾਵਾਂ ਜਿਹੜੀਆਂ ਨਿਭਾਈਆਂ ਜਾਂਦੀਆਂ ਨੇ। ਤਾਂ ਵੱਡੀ ਤਾਦਾਦ ਦੇ ਵਿੱਚ ਜਿਵੇਂ ਸਿੱਖ ਸੰਗਤਾਂ ਇੱਥੇ ਪਹੁੰਚਦੀਆਂ ਨੇ, ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਤਾਂ ਉਸੇ ਹੀ ਪ੍ਰਕਾਰ ਸੇਵਾਵਾਂ ਵੀ ਸਿੱਖ ਸੰਗਤਾਂ ਵੱਲੋਂ ਨਿਭਾਈਆਂ ਜਾਂਦੀਆਂ ਨੇ। ਤਾਂ ਤੁਸੀਂ ਅੱਜ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ, ਜਿੱਥੇ ਸਿੱਖ ਸੰਗਤਾਂ ਪ੍ਰਸ਼ਾਦਾ ਵੀ ਛਕਦੀਆਂ ਨੇ, ਸਿੱਖ ਸੰਗਤਾਂ ਲੰਗਰ ਦੀਆਂ ਸੇਵਾਵਾਂ ਵੀ ਨਿਭਾਉਂਦੀਆਂ ਨੇ। ਤਾਂ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਇੱਥੇ ਸੇਵਾਵਾਂ ਜਿਹੜੀਆਂ ਨੇ ਉਹ ਨਿਭਾ ਰਹੀਆਂ ਨੇ। ਵੱਖ-ਵੱਖ ਜਿਹੜੀਆਂ ਸਬਜ਼ੀਆਂ ਨੇ, ਹਰੀਆਂ ਸਬਜ਼ੀਆਂ ਨੇ, ਉਹਨਾਂ ਦੀ ਕਟਾਈ ਵੀ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ ਉਹ ਛਕਣ ਵਾਸਤੇ। ਇਸ ਤੋਂ ਬਾਅਦ ਲੰਗਰ ਜਿਹੜਾ ਉਹ ਤਿਆਰ ਕੀਤਾ ਜਾਂਦਾ ਹੈ, ਜਿਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਤੌਰ ਦੇ ਉੱਤੇ ਪ੍ਰਬੰਧ ਕੀਤੇ ਗਏ ਨੇ। ਸੋ ਹਰ ਵਰਗ ਦੀ ਸੰਗਤ ਇੱਥੇ ਪਹੁੰਚਦੀ ਹੈ, ਉਹਨਾਂ ਵੱਲੋਂ ਇੱਥੇ ਸ਼ਮੂਲੀਅਤ ਕੀਤੀ ਜਾਂਦੀ ਹੈ। ਸੇਵਾਵਾਂ ਜਿਹੜੀਆਂ ਨੇ ਉਹ ਨਿਭਾਈਆਂ ਜਾਂਦੀਆਂ ਨੇ। ਔਰਤਾਂ ਨੇ, ਬਜ਼ੁਰਗ ਨੇ, ਬੱਚੇ ਨੇ, ਸਾਰੇ ਇੱਥੇ ਆ ਕੇ ਮਰਿਆਦਾ ਦੇ ਮੁਤਾਬਕ ਇੱਥੇ ਆ ਕੇ ਸੇਵਾਵਾਂ ਉਹ ਕਰਦੇ ਨੇ।
ਤਾਂ ਇਸ ਦੇ ਨਾਲ ਹੀ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਵੱਲੋਂ ਜਿਵੇਂ ਦੀ ਸੇਵਾ ਜੋ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਸੇਧ ਦੇ ਮੁਤਾਬਕ ਉਹਨਾਂ ਵੱਲੋਂ ਨਿਭਾਈ ਜਾਂਦੀ ਹੈ। ਤਾਂ ਗੁਰਬਾਣੀ ਦਾ ਜਿੱਥੇ ਰਸਮਨਾ ਕੀਰਤਨ ਇੱਥੇ ਚੱਲਦਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਇੱਥੇ ਸਿੱਖ ਸੰਗਤਾਂ ਦੇ ਕੰਨਾਂ ਦੇ ਵਿੱਚ ਉਹ ਇਲਾਹੀ ਬਾਣੀ ਜਿਹੜੀ ਆ ਉਹ ਸਰਵਣ ਕਰਦੀਆਂ ਨੇ, ਨਾਲ ਹੀ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸਿੱਖ ਸੰਗਤਾਂ ਜਦੋਂ ਸੇਵਾਵਾਂ ਨਿਭਾਉਂਦੀਆਂ ਨੇ ਤਾਂ ਇੱਕ ਬਹੁਤ ਹੀ ਆਨੰਦਮਈ ਮਾਹੌਲ ਇੱਥੇ ਦੇਖਣ ਨੂੰ ਮਿਲਦਾ ਹੈ। ਸੋ ਨਾਲ ਹੀ ਤੁਸੀਂ ਦਰਸ਼ਨ ਕਰ ਸਕਦੇ ਹੋ ਜਿਹੜੀਆਂ ਸੇਵਾਵਾਂ ਸਿੱਖ ਸੰਗਤਾਂ ਨਿਭਾਉਂਦੀਆਂ ਨੇ, ਖਾਸ ਤੌਰ ਤੇ ਜਿਹੜੀਆਂ ਸਬਜ਼ੀਆਂ ਨੇ, ਹਰੀਆਂ ਸਬਜ਼ੀਆਂ ਨੇ, ਉਹ ਸੰਗਤਾਂ ਇੱਥੇ ਪਹੁੰਚਾਉਂਦੀਆਂ ਨੇ, ਉਹਨਾਂ ਵੱਲੋਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ। ਤਾਂ ਉਸ ਨੂੰ ਇੱਥੇ ਸਾਫ਼ ਸਫਾਈ ਕਰਨ ਤੋਂ ਬਾਅਦ, ਕਟਾਈ ਕਰਨ ਤੋਂ ਬਾਅਦ ਤਿਆਰ ਕੀਤਾ ਜਾਂਦਾ ਹੈ। ਤਾਂ ਜਿਹੜੀਆਂ ਸਿੱਖ ਸੰਗਤਾਂ ਇੱਥੇ ਸੇਵਾਵਾਂ ਨਿਭਾਉਂਦੀਆਂ ਨੇ ਤਾਂ ਉੱਥੇ ਹੀ ਪ੍ਰਬੰਧਕ ਕਮੇਟੀ ਵੱਲੋਂ ਜੋ ਲੰਗਰ ਤਿਆਰ ਕਰਨ ਦੇ ਲਈ ਇੱਥੇ ਜਿਹੜੇ ਸੇਵਾਦਾਰ ਭਰਤੀ ਕੀਤੇ ਗਏ ਨੇ ਉਹਨਾਂ ਵੱਲੋਂ ਉੱਥੇ ਉਹ ਤਿਆਰ ਕੀਤਾ ਜਾਂਦਾ ਹੈ ਲੰਗਰ। ਤਾਂ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਲੰਗਰ ਜਿਹੜਾ ਉਹ ਤਿਆਰ ਹੋ ਰਿਹਾ ਹੁੰਦਾ ਹੈ। ਸੋ ਲੰਗਰ ਹਾਲ ਦੇ ਵਿੱਚ ਜਿੱਥੇ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਨੇ, ਸਬਜ਼ੀਆਂ ਤਿਆਰ ਹੁੰਦੀਆਂ ਨੇ, ਚਾਹ ਦਾ ਲੰਗਰ ਵੀ ਖਾਸ ਤੌਰ ਤੇ ਇੱਥੇ ਤਿਆਰ ਕੀਤਾ ਜਾਂਦਾ ਹੈ। 24 ਘੰਟੇ ਲੰਗਰ ਚੱਲਦਾ ਹੈ। ਤਾਂ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਸੇਵਾਦਾਰ ਨੇ ਉਹਨਾਂ ਵੱਲੋਂ ਇੱਥੇ ਤਿਆਰ ਕੀਤੀਆਂ ਜਾਂਦੀਆਂ ਨੇ, ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਨੇ, ਲੰਗਰ ਤਿਆਰ ਕੀਤਾ ਜਾਂਦਾ ਹੈ, ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਨੇ। ਤਾਂ ਜੋ ਦਿਨ ਤਿਉਹਾਰ ਵੇਲੇ ਖਾਸ ਤੌਰ ਤੇ ਜੋ ਵੱਖ-ਵੱਖ ਮੇਨੂ ਤਿਆਰ ਕੀਤਾ ਜਾਂਦਾ ਹੈ ਉਸ ਦੇ ਮੁਤਾਬਕ ਵੀ ਇੱਥੇ ਸਾਰਾ ਕੁਝ ਤਿਆਰ ਹੁੰਦਾ ਹੈ। ਸਾ ਤੁਸੀਂ ਦਰਸ਼ਨ ਕਰ ਰਹੇ ਹੋ ਵਿਸ਼ਵ ਦੀ ਸਭ ਤੋਂ ਵੱਡੀ ਜਿਸ ਨੂੰ ਮਾਣ ਹਾਸਲ ਹੈ ਰਸੋਈ ਦਾ, ਉਸ ਰਸੋਈ ਦੇ ਵਿੱਚ ਲੰਗਰ ਜਿਹੜਾ ਹੈ ਵੱਡੀ ਤਾਦਾਦ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਮਰਿਆਦਾ ਦੇ ਮੁਤਾਬਕ ਸੇਵਾਦਾਰਾਂ ਵੱਲੋਂ ਇੱਥੇ ਸੇਵਾਵਾਂ ਜਿਹੜੀਆਂ ਨੇ ਨਿਭਾਈਆਂ ਜਾਂਦੀਆਂ ਨੇ ਤਾਂ ਲੰਗਰ ਤਿਆਰ ਕਰਕੇ ਸਿੱਖ ਸੰਗਤਾਂ ਨੂੰ ਛਕਾਇਆ ਜਾਂਦਾ ਹੈ। ਤਾਂ ਇਹ ਸਾਰਾ ਪ੍ਰੋਸੈਸ ਬਹੁਤ ਹੀ ਪਿਆਰ ਦੇ ਨਾਲ, ਅਦਬ ਦੇ ਨਾਲ, ਸਤਿਕਾਰ ਦੇ ਨਾਲ ਜਿਹੜਾ ਇਹ ਚੱਲਦਾ ਹੈ। ਤਾਂ ਖੀਰ ਦਾ ਲੰਗਰ ਜਿਹੜਾ ਹੈ ਉਹ ਇਸ ਵੇਲੇ ਤਿਆਰ ਹੋ ਰਿਹਾ ਹੈ। ਤਾਂ ਇਹ ਪ੍ਰੋਸੈਸ ਜਿਹੜਾ ਹੈ ਬਹੁਤ ਹੀ ਰੂਟੀਨ ਦੇ ਵਿੱਚ ਜਿਹੜਾ ਰੋਜ਼ਾਨਾ ਚੱਲਦਾ ਹੈ, ਅਦਬ ਦੇ ਨਾਲ ਚੱਲਦਾ ਹੈ। ਤਾਂ ਮਰਿਆਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਲੰਗਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਕਰਕੇ ਉਸ ਤੋਂ ਬਾਅਦ ਜੋ ਨਿੱਤ ਦੀ ਮਰਿਆਦਾ ਹੈ ਤਾਂ ਲੰਗਰ ਦੀ ਸ਼ੁਰੂਆਤ ਹੁੰਦੀ ਹੈ। ਤਾਂ 24 ਘੰਟੇ ਲੰਗਰ ਚੱਲਦਾ ਹੈ। ਦੇਸ਼ ਤੋਂ ਵਿਦੇਸ਼ ਤੋਂ ਸਿੱਖ ਸੰਗਤਾਂ 24 ਘੰਟਿਆਂ ਦਰਮਿਆਨ ਜਦੋਂ ਵੀ ਕਿਤੇ ਇੱਥੇ ਪਹੁੰਚਦੀਆਂ ਨੇ ਤਾਂ ਉਹਨਾਂ ਨੂੰ ਤਿਆਰ ਹੋਇਆ ਲੰਗਰ ਜਿਹੜਾ ਹੈ ਉਹ ਇੱਥੇ ਮਿਲਦਾ ਹੈ। ਤਾਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਤਾਂ ਸਭ ਤੋਂ ਇੱਕ ਖਾਸ ਗੱਲ ਇਹ ਹੈ ਕਿ ਜਿਹੜਾ ਵੀ ਇਹ ਪ੍ਰੋਸੈਸ ਪੂਰਾ ਚੱਲਦਾ ਹੈ ਲੰਗਰ ਦਾ, ਉਸ ਲੰਗਰ ਦੇ ਵਿੱਚ ਸਿੱਖ ਸੰਗਤਾਂ ਆਪ ਉਹਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ। ਤਾਂ ਉਹਨਾਂ ਵੱਲੋਂ ਜਿਹੜਾ ਹੈ ਲੰਗਰ ਤਿਆਰ ਵੀ ਕੀਤਾ ਜਾਂਦਾ ਹੈ ਤੇ ਲੰਗਰ ਛਕਿਆ ਵੀ ਜਾਂਦਾ ਹੈ। ਤਾਂ ਬਹੁਤ ਹੀ ਇੱਕ ਆਨੰਦਮਈ ਮਾਹੌਲ ਹੁੰਦਾ ਹੈ। ਗੁਰੂ ਸਾਹਿਬਾਨ ਵੱਲੋਂ ਜੋ ਪਰੰਪਰਾਵਾਂ, ਜੋ ਮਰਿਆਦਾ ਸ਼ੁਰੂ ਕੀਤੀ ਸੀ, ਉਸ ਮਰਿਆਦਾ ਨੂੰ ਇੱਥੇ ਕਾਇਮ ਰੱਖਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਲੰਗਰ ਹਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਕਰੀਬਨ 500 ਤੋਂ ਵਧੇਰੇ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਜੋ ਸ਼ਿਫਟ ਵਾਈਜ਼ ਆ ਕੇ ਇੱਥੇ ਸੇਵਾ ਕਰਦੇ ਨੇ। ਸੇਵਾ ਜਿਹੜੀ ਆ ਉਹਨਾਂ ਵੱਲੋਂ ਨਿਭਾਈ ਜਾਂਦੀ ਹੈ। ਤਾਂ ਉਸ ਤੋਂ ਬਾਅਦ ਸਿੱਖ ਸੰਗਤਾਂ ਜਿਹੜੀਆਂ ਆਪ ਮੁਹਾਰੇ ਇੱਥੇ ਪਹੁੰਚਦੀਆਂ ਨੇ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਥੇ ਰੋਜ਼ਾਨਾ ਹੀ ਪਹੁੰਚਦੀਆਂ ਨੇ, ਉਹਨਾਂ ਵੱਲੋਂ ਸੇਵਾਵਾਂ ਕੀਤੀਆਂ ਜਾਂਦੀਆਂ ਨੇ। ਇਸ ਵੇਲੇ ਪ੍ਰਸ਼ਾਦੇ ਜਿਹੜੇ ਤਿਆਰ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਇੱਥੇ ਮਸ਼ੀਨਾਂ ਵੀ ਲਗਾਈਆਂ ਗਈਆਂ ਨੇ ਜੋ ਸੰਗਤ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਦੇ ਤਿਆਰ ਹੁੰਦੇ ਨੇ। ਪਰ ਜਿਹੜੀ ਪ੍ਰਾਥਮਿਕਤਾ ਹੈ ਉਹ ਸਿੱਖ ਸੰਗਤਾਂ ਜਿਹੜੀਆਂ ਆਪਣੇ ਹੱਥੀਂ ਲੰਗਰ ਤਿਆਰ ਕਰਦੀਆਂ ਨੇ ਉਸ ਨੂੰ ਦਿੱਤੀ ਜਾਂਦੀ ਹੈ। ਤਾਂ ਉਸ ਤੋਂ ਬਾਅਦ ਜੇਕਰ ਸੰਗਤ ਦੀ ਆਮਦ ਵੱਧਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਮਸ਼ੀਨਾਂ ਨੇ ਰੋਟੀਆਂ ਤਿਆਰ ਕਰਦੀਆਂ ਨੇ, ਪ੍ਰਸ਼ਾਦੇ ਤਿਆਰ ਕਰਦੀਆਂ ਨੇ, ਉਸ ਨੂੰ ਜਿਹੜਾ ਹੈ ਉਹ ਚਲਾਇਆ ਜਾਂਦਾ ਹੈ। ਅਤੇ ਸੰਗਤ ਦੀ ਆਮਦ ਦੇ ਮੱਦੇਨਜ਼ਰ ਹੀ ਜਿਹੜਾ ਇਹ ਸਾਰਾ ਪ੍ਰੋਸੈਸ ਹੁੰਦਾ ਹੈ। ਸੋ ਰੂਟੀਨ ਦੇ ਵਿੱਚ ਇਹ ਸਾਰੀ ਮਰਿਆਦਾ ਜਿਹੜੀ ਹੈ ਬਹੁਤ ਹੀ ਅਦਬ ਦੇ ਨਾਲ ਚੱਲਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ, ਜਿੱਥੇ ਰੋਜ਼ਾਨਾ ਹੀ ਸਿੱਖ ਸੰਗਤਾਂ ਇੱਥੇ ਪਹੁੰਚਦੀਆਂ ਨੇ, ਸੇਵਾਵਾਂ ਨਿਭਾਉਂਦੀਆਂ ਨੇ, ਲੰਗਰ ਤਿਆਰ ਕੀਤਾ ਜਾਂਦਾ ਹੈ। ਤਾਂ ਅਦਬ ਦੇ ਨਾਲ ਸਿੱਖ ਸੰਗਤਾਂ ਇਹ ਪ੍ਰਸ਼ਾਦਾ ਛਕਦੀਆਂ ਨੇ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੀਆਂ ਨੇ। ਸੋ ਲੰਗਰ ਹਾਲ ਦੇ ਵਿੱਚ ਇਹ ਮਸ਼ੀਨਾਂ ਨੇ ਜਿੱਥੇ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਨੇ। ਜਦੋਂ ਸਿੱਖ ਸੰਗਤਾਂ ਦੀ ਆਮਦ ਭਰਵੀਂ ਹੁੰਦੀ ਹੈ ਤਾਂ ਇਹਨਾਂ ਮਸ਼ੀਨਾਂ ਨੂੰ ਚਲਾਇਆ ਜਾਂਦਾ ਹੈ ਤਾਂ ਇੱਥੇ ਪ੍ਰਸ਼ਾਦੇ ਉਹ ਤਿਆਰ ਕੀਤੇ ਜਾਂਦੇ ਨੇ। ਸੋ ਇਹਨਾਂ ਵਾਸਤੇ ਜਿਹੜੇ ਮੁਲਾਜ਼ਮ ਨੇ ਉਹ ਵੱਖਰੇ ਤੌਰ ਤੇ ਤਾਇਨਾਤ ਕੀਤੇ ਗਏ ਨੇ। ਤਾਂ ਕਰੋਨਾ ਦੇ ਕਰਕੇ ਜਿਵੇਂ ਸਿੱਖ ਸੰਗਤਾਂ ਦੀ ਆਮਦ ਘੱਟ ਹੈ, ਉਸ ਦੇ ਕਰਕੇ ਇਹਨਾਂ ਮਸ਼ੀਨਾਂ ਦੀ ਜਿਹੜੀ ਹੈ ਵਰਤੋਂ ਉਹ ਬਹੁਤ ਸੀਮਤ ਹੁੰਦੀ ਹੈ। ਤਾਂ ਸੰਗਤ ਜਿਸ ਤਰੀਕੇ ਦੇ ਨਾਲ ਵੱਧਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੈ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ ਹੈ। ਤਾਂ ਬਹੁਤ ਆਸਾਨ ਤਰੀਕੇ ਦੇ ਨਾਲ ਸਾਰਾ ਪ੍ਰੋਸੈਸ ਹੁੰਦਾ ਹੈ। ਤਾਂ ਜਦੋਂ ਸਿੱਖ ਸੰਗਤਾਂ ਆਮ ਰੂਟੀਨ ਦੇ ਵਿੱਚ ਇੱਥੇ ਆਉਂਦੀਆਂ ਨੇ, ਸਿੱਖ ਸੰਗਤ ਜਿਵੇਂ ਕਰੋਨਾ ਦੇ ਕਰਕੇ ਆਮਦ ਸੰਗਤਾਂ ਦੀ ਘੱਟ ਹੈ ਤਾਂ ਉਸ ਦੇ ਲਈ ਜਿਹੜੇ ਸਿੱਖ ਸੰਗਤਾਂ ਆਪ ਪ੍ਰਸ਼ਾਦੇ ਤਿਆਰ ਕਰਦੀਆਂ ਨੇ। ਤਾਂ ਇਹ ਮਸ਼ੀਨਾਂ ਜਿਹੜੀਆਂ ਨੇ ਇੱਥੇ ਵੀ ਲਗਾਈਆਂ ਗਈਆਂ ਨੇ। ਜਿਵੇਂ ਜਿਵੇਂ ਸਿੱਖ ਸੰਗਤਾਂ ਦੀ ਆਮਦ ਵੱਧਦੀ ਹੈ ਇਹਨਾਂ ਦੀ ਜਿਹੜੀ ਹੈ ਵਰਤੋਂ ਕੀਤੀ ਜਾਂਦੀ ਹੈ।
ਲੰਗਰ ਤਿਆਰ ਹੋਣ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਇੱਕ ਸੈਪਰੇਟ ਜਿਹੜਾ ਇਹ ਕਮਰਾ ਇੱਥੇ ਬਣਿਆ ਹੋਇਆ ਹੈ, ਜਿੱਥੇ ਸੇਵਾਦਾਰ ਤੈਨਾਤ ਕੀਤੇ ਗਏ ਹੋਏ ਨੇ। ਸੰਗਤ ਇੱਥੇ ਤੈਨਾਤ ਕੀਤੀ ਹੁੰਦੀ ਹੈ ਜਿਹੜੀ ਆਪ ਮੁਹਾਰੇ ਇੱਥੇ ਸੇਵਾ ਕਰਦੀ ਹੈ, ਤਾਂ ਉਹਨਾਂ ਵੱਲੋਂ ਇੱਥੇ ਸਾਰਾ ਲੰਗਰ ਤਿਆਰ ਕਰਨ ਤੋਂ ਬਾਅਦ ਇੱਥੇ ਲੈ ਕੇ ਆਉਂਦੇ ਨੇ। ਤਾਂ ਇੱਥੇ ਲਿਆਉਣ ਤੋਂ ਬਾਅਦ ਬਾਲਟੀਆਂ ਦੇ ਵਿੱਚ, ਬਰਤਨਾਂ ਦੇ ਵਿੱਚ ਪਾ ਕੇ ਸਿੱਖ ਸੰਗਤਾਂ ਦੇ ਲਈ ਜਿਹੜਾ ਹੈ ਪੰਗਤ ਦੇ ਵਿੱਚ ਜਿਹੜਾ ਹੈ ਉਹ ਵਰਤਾਇਆ ਜਾਂਦਾ ਹੈ। ਪਹਿਲੇ ਪੰਗਤ ਪਾਸ਼ੇ ਸੰਗਤ ਦੇ ਸਿਧਾਂਤ ਨੂੰ ਇੱਥੇ ਬਾਖੂਬੀ ਤੌਰ ਤੇ ਨਿਭਾਇਆ ਜਾਂਦਾ ਹੈ। ਤਾਂ ਜਿਹੜੇ ਇੱਥੇ ਨਿਤਾ ਪ੍ਰਤੀ ਸ਼ਰਧਾਲੂ ਆਉਂਦੇ ਨੇ ਉਹਨਾਂ ਵੱਲੋਂ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ। ਤਾਂ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ, ਜਿੱਥੇ ਪੂਰਾ ਲੰਗਰ ਤਿਆਰ ਹੋਣ ਤੋਂ ਬਾਅਦ ਇੱਥੇ ਬੜੇ ਆਰਾਮ ਦੇ ਨਾਲ ਬੈਠ ਕੇ ਬਿਨਾਂ ਜਾਤ ਪਾਤ ਤੋਂ, ਬਿਨਾਂ ਕਿਸੇ ਵਿਤਕਰੇ ਤੋਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਨੇ। ਅਦਬ ਦੇ ਨਾਲ, ਸਤਿਕਾਰ ਦੇ ਨਾਲ ਸਿੱਖ ਸੰਗਤਾਂ ਨੂੰ ਇੱਥੇ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਤਾਂ ਬਹੁਤ ਹੀ ਇਹ ਪ੍ਰੋਸੈਸ ਜਿਹੜਾ ਹੈ ਰੂਟੀਨ ਦੇ ਵਿੱਚ ਚੱਲਦਾ ਹੈ। ਤਾਂ ਬਹੁਤ ਮਰਿਆਦਾ ਦੇ ਮੁਤਾਬਕ ਰਹਿ ਕੇ ਇੱਥੇ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਸਿੱਖ ਸੰਗਤਾਂ ਵੱਲੋਂ ਕੀਤਾ ਜਾਂਦਾ ਹੈ। ਤਾਂ ਬਿਨਾਂ ਜਾਤ ਪਾਤ ਤੋਂ, ਬਿਨਾਂ ਵਿਤਕਰੇ ਤੋਂ ਹਰੇਕ ਨੂੰ ਇੱਥੇ 24 ਘੰਟੇ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਤਾਂ ਗੁਰੂ ਸਾਹਿਬ ਦੇ ਜੋ ਸਿਧਾਂਤ ਦਿੱਤਾ ਹੈ, ਜੋ ਮਰਿਆਦਾ ਹੈ, ਉਸ ਦੇ ਮੁਤਾਬਕ ਇੱਥੇ ਸੰਗਤਾਂ ਪਹੁੰਚਦੀਆਂ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਦੀਆਂ ਨੇ। ਦਰਸ਼ਨ ਕਰਨ ਤੋਂ ਪਹਿਲਾਂ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਤਾਂ ਪ੍ਰਸ਼ਾਦਾ ਛਕਣ ਤੋਂ ਬਾਅਦ ਇਹ ਸੰਗਤਾਂ ਆਪਣਾ ਦਸਵੰਧ ਰੂਪੀ ਜੋ ਮਾਇਆ ਉਹ ਵੀ ਇੱਥੇ ਚੜਾ ਕੇ ਜਾਂਦੀਆਂ ਨੇ। ਤਾਂ ਜਿਸ ਤਰੀਕੇ ਦੇ ਨਾਲ ਸੰਗਤਾਂ ਦੀ ਅਪਰੋਚ ਹੁੰਦੀ ਹੈ, ਉਹਨਾਂ ਵੱਲੋਂ ਦਸਵੰਧ ਵੀ ਗੁਰੂ ਘਰ ਦੇ ਵਿੱਚ ਦਿੱਤਾ ਜਾਂਦਾ ਹੈ। ਤਾਂ ਸਾਰੀਆਂ ਸੰਗਤਾਂ ਇੱਥੇ ਸ਼ੁਕਰਾਨਾ ਵੀ ਕਰਦੀਆਂ ਨੇ ਉਸ ਪ੍ਰਮਾਤਮਾ ਦਾ, ਉਸ ਅਕਾਲ ਪੁਰਖ ਦਾ, ਕਿ ਉਹਨਾਂ ਨੂੰ ਇੱਥੇ ਆਉਣ ਦਾ ਸੁਭਾਗ ਸਮਾਂ ਜਿਹੜਾ ਹੈ, ਸੁਭਾਗਾ ਸਮਾਂ ਜਿਹੜਾ ਹੈ ਉਹ ਮਿਲਦਾ ਹੈ। ਤਾਂ ਇੱਥੇ ਸੰਗਤਾਂ ਦੇ ਜਿਹੜੇ ਸ਼ਰਧਾਲੂਆਂ ਦੇ ਜੋ ਮਨ ਦੇ ਵਿੱਚ ਉਤਸ਼ਾਹ ਹੈ, ਤੁਸੀਂ ਆਪ ਮੁਹਾਰੇ ਦੇਖ ਸਕਦੇ ਹੋ ਕਿ ਕਰੋਨਾ ਦੇ ਕਰਕੇ ਬਾਵਜੂਦ ਵੀ, ਉਸ ਦੇ ਬਾਵਜੂਦ ਵੀ ਇੱਥੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਜਾਂਦਾ ਹੈ। ਭਾਵੇਂ ਕਿ ਸੰਗਤ ਦੀ ਆਮਦ ਘੱਟ ਚੁੱਕੀ ਹੈ, ਪਰ ਉਸ ਦੇ ਬਾਵਜੂਦ ਵੀ ਜਿਹੜੇ ਇੱਥੇ ਸੇਵਾਦਾਰ ਨੇ ਉਹਨਾਂ ਦੇ ਵਿੱਚ ਕੋਈ ਵੀ ਜਿਹੜੀ ਕਮੀ ਹੈ ਉਹ ਇੱਥੇ ਦੇਖਣ ਨੂੰ ਨਹੀਂ ਮਿਲਦੀ। ਤਾਂ ਹਰੇਕ ਆਉਣ ਜਾਣ ਵਾਲੇ ਨੂੰ ਇੱਥੇ ਜਿਹੜਾ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਤਾਂ ਕਿਸੇ ਵੀ ਅਹੁਦੇ 'ਤੇ ਕੋਈ ਵੀ ਤੈਨਾਤ ਹੋਵੇ, ਉਸ ਨੂੰ ਇੱਥੇ ਪਹਿਲੇ ਪੰਗਤ ਪਾਸ਼ੇ ਸੰਗਤ ਦੇ ਸਿਧਾਂਤ ਦੇ ਮੁਤਾਬਕ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਤਾਂ ਇਹ ਜਿਹੜਾ ਸਾਰਾ ਪ੍ਰੋਸੈਸ ਇਸ ਤਰੀਕੇ ਦੇ ਨਾਲ 24 ਘੰਟੇ ਜਿਹੜਾ ਚੱਲਦਾ ਹੈ। ਤਾਂ ਇਸ ਤੋਂ ਬਾਅਦ ਜਿਵੇਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਨੇ, ਉਹ ਜਿਹੜੇ ਜੂਠੇ ਬਰਤਨ ਹੁੰਦੇ ਨੇ ਉਹਨਾਂ ਨੂੰ ਇੱਕ ਵੱਖਰਾ ਹਾਲ ਜਿਹੜਾ ਹੈ ਬਣਿਆ ਹੋਇਆ ਹੈ, ਉਹਨਾਂ ਨੂੰ ਉੱਥੇ ਧਵਾਈ ਕੀਤੀ ਜਾਂਦੀ ਹੈ। ਤੇ ਆਓ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਸੰਗਤਾਂ ਇੱਥੇ ਪ੍ਰਸ਼ਾਦਾ ਛਕਦੀਆਂ ਨੇ, ਤਾਂ ਉਸ ਤੋਂ ਬਾਅਦ ਇਹਨਾਂ ਬਰਤਨਾਂ ਦੀ ਸੇਵਾ ਕਿਵੇਂ ਹੁੰਦੀ ਹੈ। ਪ੍ਰਸ਼ਾਦਾ ਛਕਣ ਤੋਂ ਬਾਅਦ ਜਿਹੜੇ ਜੂਠੇ ਬਰਤਨ ਨੇ ਉਹ ਸੰਗਤ ਇੱਥੇ ਲੈ ਕੇ ਆਉਂਦੀ ਹੈ। ਤਾਂ ਜਿੱਥੇ ਪਹਿਲਾਂ ਤੋਂ ਹੀ ਤੈਨਾਤ ਸੇਵਾਦਾਰ ਨੇ, ਇੱਕ ਲੰਮੀ ਲਾਈਨ ਉਹਨਾਂ ਵੱਲੋਂ ਬਣਾਈ ਜਾਂਦੀ ਹੈ। ਤਾਂ ਸੇਵਾ ਕੀਤੀ ਜਾਂਦੀ ਹੈ, ਆਪਣਾ ਜੀਵਨ ਸਫਲ ਕੀਤਾ ਜਾਂਦਾ ਹੈ। ਤਾਂ ਇਹ ਜਿਸ ਤਰੀਕੇ ਦੇ ਨਾਲ ਇਹ ਲਾਈਨ ਵੱਧਦੀ ਜਾਂਦੀ ਹੈ, ਜਿਹੜਾ ਜੂਠੇ ਬਰਤਨ ਨੇ ਉਹ ਸੰਗਤਾਂ ਇੱਥੋਂ ਅੱਗੇ ਲੈ ਕੇ ਜਾਂਦੀਆਂ ਨੇ। ਤਾਂ ਇੱਥੋਂ ਫਿਰ ਰੂਟੀਨ ਦੇ ਵਾਈਜ਼ ਪਹਿਲਾਂ ਉਹਨਾਂ ਨੂੰ ਜਿਹੜਾ ਸਾਫ਼ ਕੀਤਾ ਜਾਂਦਾ ਹੈ। ਤਾਂ ਸਰਫ ਦੇ ਪਾਣੀ ਦੇ ਨਾਲ ਸਾਫ਼ ਕਰਕੇ ਇਹ ਜਿਹੜਾ ਪ੍ਰੋਸੈਸ ਚੱਲਦਾ ਹੈ। ਤਾਂ ਆਮ ਬਹੁਤ ਹੀ ਰੋਜ਼ਾਨਾ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਨੇ, ਜਿਹੜੇ ਸ਼ਰਧਾਲੂ ਇੱਥੇ ਪਹੁੰਚਦੇ ਨੇ, ਉਹ ਇੱਥੇ ਸੇਵਾ ਕਰਦੇ ਨੇ। ਤਾਂ ਬਹੁਤ ਹੀ ਮਰਿਆਦਾ ਦੇ ਵਿੱਚ ਰਹਿ ਕੇ ਇਹ ਸਾਰੀ ਸੇਵਾ ਕੀਤੀ ਜਾਂਦੀ ਹੈ। ਜਿਹੜੇ ਜੂਠੇ ਬਰਤਨ ਨੇ ਉਹਨਾਂ ਦੀ ਇੱਥੇ ਧੁਆਈ ਕੀਤੀ ਜਾਂਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਸਿੱਖ ਸੰਗਤਾਂ ਇੱਥੇ ਸੇਵਾ ਕਰ ਰਹੀਆਂ ਨੇ, ਬਿਨਾਂ ਕਿਸੇ ਵਿਤਕਰੇ ਤੋਂ, ਬਿਨਾਂ ਕਿਸੇ ਅਪਰੋਚ ਤੋਂ ਹਰੇਕ ਇੱਥੇ ਆਉਣ ਵਾਲਾ ਸ਼ਰਧਾਲੂ ਸੇਵਾ ਨਿਭਾਉਂਦਾ ਹੈ। ਤਾਂ ਬੜੇ ਪਿਆਰ ਦੇ ਨਾਲ ਬਰਤਨਾਂ ਦੀ ਇੱਥੇ ਸਫਾਈ ਕੀਤੀ ਜਾਂਦੀ ਹੈ, ਧੁਆਈ ਕੀਤੀ ਜਾਂਦੀ ਹੈ। ਤਾਂ 24 ਘੰਟੇ ਜਿਹੜਾ ਲੰਗਰ ਚੱਲਦਾ ਹੈ, ਉਸ ਲੰਗਰ ਦੇ ਵਿੱਚ ਸੰਗਤਾਂ ਇੱਥੇ ਸੇਵਾ ਨਿਭਾਉਂਦੀਆਂ ਨੇ। ਤਾਂ ਇਸ ਬਰਤਨਾਂ ਨੂੰ ਸਾਫ਼ ਕਰਕੇ, ਸੁਚੱਜੇ ਢੰਗ ਦੇ ਨਾਲ ਸਾਫ਼ ਕਰਕੇ ਫਿਰ ਦੁਬਾਰਾ ਜਿਹੜਾ ਹੈ ਉਹ ਰੱਖਿਆ ਜਾਂਦਾ ਹੈ। ਤਾਂ ਉਸੇ ਤਰੀਕੇ ਨਾਲ ਫਿਰ ਸੰਗਤਾਂ ਜਿਹੜੀਆਂ ਨੇ ਉਹ ਸੰਗਤਾਂ ਨੂੰ ਪ੍ਰਸ਼ਾਦਾ ਛਕਣ ਵਾਲੀਆਂ ਸੰਗਤਾਂ ਨੂੰ ਇੱਥੇ ਜਿਹੜੇ ਬਰਤਨ ਨੇ ਉਹ ਦਿੱਤੇ ਜਾਂਦੇ ਨੇ। ਤਾਂ ਇਸ ਤਰੀਕੇ ਦੇ ਨਾਲ ਇਹ ਸਾਰਾ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦਾ ਲੰਗਰ ਜਿਹੜਾ ਹੈ ਉਹ ਸਿੱਖ ਸੰਗਤਾਂ ਨੂੰ ਛਕਾਇਆ ਜਾਂਦਾ ਹੈ, ਸੇਵਾ ਕੀਤੀ ਜਾਂਦੀ ਹੈ। ਤਾਂ ਸੇਵਾਵਾਂ ਜਿਹੜੀਆਂ ਨੇ ਉਹ ਨਿਭਾਈਆਂ ਜਾਂਦੀਆਂ ਨੇ। ਸੋ ਵੱਡੀ ਤਾਦਾਦ ਦੇ ਵਿੱਚ ਇੱਥੇ ਬੀਬੀਆਂ, ਮਾਈਆਂ, ਬਜ਼ੁਰਗ, ਨੌਜਵਾਨ ਸਾਰੇ ਆ ਕੇ ਇੱਥੇ ਸੇਵਾ ਕਰਦੇ ਨੇ। ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਵੀ ਸਿੱਖ ਸੰਗਤਾਂ ਦੇ ਕੰਨਾਂ ਦੇ ਵਿੱਚ ਇੱਥੇ ਪਹੁੰਚਦਾ ਹੈ। ਸਤਿਨਾਮ ਵਾਹਿਗੁਰੂ ਦਾ ਜਾਪ ਸਿੱਖ ਸੰਗਤਾਂ ਕਰਦੀਆਂ ਨੇ। ਤਾਂ ਉਹਨਾਂ ਨੂੰ ਇੱਕ ਆਨੰਦਮਈ ਮਾਹੌਲ ਦੀ ਇੱਥੇ ਪ੍ਰਾਪਤੀ ਹੁੰਦੀ ਹੈ। ਤਾਂ ਜਦੋਂ ਇਸ ਬਰਤਨ ਸਾਫ਼ ਹੁੰਦੇ ਨੇ, ਤਾਂ ਉਸ ਤੋਂ ਬਾਅਦ ਇੱਥੇ ਬਰਤਨ ਜਿਹੜੇ ਨੇ ਦੁਬਾਰਾ ਇਕੱਠੇ ਕੀਤੇ ਜਾਂਦੇ ਨੇ। ਤਾਂ ਇੱਥੋਂ ਦੁਬਾਰਾ ਫਿਰ
ਸੰਗਤਾਂ ਨੂੰ ਵਰਤਾਉਣ ਦੇ ਲਈ ਬਰਤਨ ਲੈ ਕੇ ਜਾਂਦੇ ਨੇ ਤਾਂ ਉਹ ਜਿਹੜਾ ਹੈ ਪ੍ਰੋਸੈਸ ਦੁਬਾਰਾ ਉਸ ਤਰੀਕੇ ਦੇ ਨਾਲ ਚੱਲਦਾ ਹੈ ਤਾਂ ਸੰਗਤਾਂ ਜਿਹੜੀਆਂ ਨੇ ਫਿਰ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੀਆਂ ਹਨ। ਇਸ ਵੇਲੇ ਸਾਡੇ ਨਾਲ ਨੇ ਮੈਨੇਜਰ ਸਰਦਾਰ ਸਤਨਾਮ ਸਿੰਘ ਜੀ, ਜਿਹੜੇ ਪ੍ਰਬੰਧਕ ਨੇ ਇੱਥੇ ਲੰਗਰ ਦਾ ਜਿਹੜਾ ਪ੍ਰਬੰਧ ਦੇਖਦੇ ਨੇ। ਮੈਨੇਜਰ ਸਾਹਿਬ, ਕਿਸ ਤਰੀਕੇ ਨਾਲ ਜਿਹੜਾ ਇਹ ਲੰਗਰ ਦਾ ਪ੍ਰਬੰਧ ਚੱਲਦਾ ਹੈ ਇੱਥੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਗਤ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਉਂਦੀ ਆ, ਹਰਿਮੰਦਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਉਹ ਲੰਗਰ ਵਿਖੇ ਆ ਕੇ ਪ੍ਰਸ਼ਾਦਾ ਵੀ ਜ਼ਰੂਰ ਛਕਦੀ ਆ। ਜਦੋਂ ਸੰਗਤ ਪ੍ਰਸ਼ਾਦਾ ਛਕਣ ਆਉਂਦੀ ਆ, ਬੜੇ ਪਿਆਰ ਨਾਲ ਸੰਗਤ ਨੂੰ ਜਦੋਂ ਐਂਟਰੀ ਹੁੰਦੀ ਆ, ਉੱਥੇ ਉਹਨਾਂ ਨੂੰ ਬਰਤਨ ਦਿੱਤੇ ਜਾਂਦੇ ਸੇਵਾਦਾਰਾਂ ਵੱਲੋਂ। ਮੁੜ ਕੇ ਲੰਗਰ ਵਿੱਚ ਬੈਠ ਕੇ ਪੰਗਤਾਂ ਵਿੱਚ ਲੰਗਰ ਛਕਾਇਆ ਜਾਂਦਾ ਵਾ। ਲੰਗਰ ਦੇ ਪ੍ਰਬੰਧ ਵਾਸਤੇ ਅਸੀਂ 300 ਦੇ ਕਰੀਬ ਸੇਵਾਦਾਰ ਜਿਹੜੇ ਆ ਮੁਲਾਜ਼ਮ ਸੇਵਾ ਕਰਦੇ ਨੇ ਅੰਦਰ। ਇਸ ਤੋਂ ਇਲਾਵਾ ਸੰਗਤ ਵੀ ਬਹੁਤ ਸਾਰੀ ਜਿਹੜੀ ਆ ਸੇਵਾ ਕਰਦੀ ਆ। ਲੰਗਰ ਦੇ ਵਿੱਚ ਦਾਲ, ਸਬਜ਼ੀ ਤੇ ਇੱਕ ਮਿੱਠਾ ਜਿਹੜਾ ਉਹ ਰੋਜ਼ਾਨਾ ਤਿਆਰ ਹੁੰਦਾ ਵਾ ਤੇ ਸੰਗਤਾਂ ਨੂੰ ਛਕਾਇਆ ਜਾਂਦਾ ਵਾ। ਪ੍ਰਸ਼ਾਦਾ ਛਕਣ ਉਪਰੰਤ ਸੰਗਤ ਜਿਹੜੀ ਆ ਬਰਤਨ ਲੈ ਕੇ, ਜਿੱਥੇ ਬਰਤਨ ਸਾਫ਼ ਹੁੰਦੇ ਉੱਥੇ ਜਾਂਦੀ, ਉੱਥੇ ਵੀ ਸੇਵਾਦਾਰ ਸੇਵਾ ਕਰਦੇ ਨੇ। ਉਹ ਬੜੇ ਪਿਆਰ ਦੇ ਨਾਲ ਇਹਨਾਂ ਕੋਲੋਂ ਬਰਤਨ ਲੈ ਕੇ ਤੇ ਉਹਨਾਂ ਦੀ ਸਾਫ਼ ਸਫਾਈ ਕਰਦੇ ਨੇ। ਮੈਨੇਜਰ ਸਾਹਿਬ, ਜਦੋਂ ਖਾਸ ਦਿਨ ਤਿਆਰ ਹੁੰਦਾ ਹੈ, ਗੁਰਪੁਰਬ ਹੁੰਦੇ ਨੇ, ਉਦੋਂ ਕਿਵੇਂ ਦਾ ਮੈਨੂ ਰਹਿੰਦਾ ਹੈ? ਉਦੋਂ ਜਿਵੇਂ ਪ੍ਰੋਗਰਾਮ ਜਿਸ ਤਰ੍ਹਾਂ ਦਾ ਹੁੰਦਾ ਉਸ ਹਿਸਾਬ ਨਾਲ ਮੈਨੂੰ ਜਿਹੜਾ ਵਾ ਉਹ ਚੇਂਜ ਹੋ ਜਾਂਦਾ ਵਾ। ਉਸ ਦਿਨ ਜਿਵੇਂ ਗੁਰੂ ਰਾਮਦਾਸ ਦੇ ਗੁਰਪੁਰਬ 'ਤੇ ਲੱਡੂ ਵਗੈਰਾ ਵੀ ਬਣਦੇ ਨੇ, ਜਲੇਬੀਆਂ ਵੀ ਨਿਕਲਦੀਆਂ ਨੇ। ਅਤੇ ਜਿਹੜੀ ਰੋਜ਼ਾਨਾ ਦੀ ਆ ਉਹ ਇੱਕ ਦਾਲ ਅਤੇ ਇੱਕ ਸਬਜ਼ੀ ਅਤੇ ਇੱਕ ਮਿੱਠਾ ਜਿਹੜਾ ਰੋਜ਼ਾਨਾ ਹੀ ਬਣਨਾ। ਇਸ ਤੋਂ ਇਲਾਵਾ ਜਦੋਂ ਕੋਈ ਪ੍ਰੋਗਰਾਮ ਸਪੈਸ਼ਲ ਹੁੰਦਾ ਉਦੋਂ ਸਪੈਸ਼ਲ ਵੀ ਵਸਤੂਆਂ ਬਣਦੀਆਂ ਨੇ। ਮੈਨੇਜਰ ਸਾਹਿਬ, ਆਖਰੀ ਸਵਾਲ ਹੈ ਕਿ ਜਿਹੜੀਆਂ ਸੰਗਤਾਂ ਇੱਥੇ ਰਸਦਾਂ ਲੈ ਕੇ ਆਉਂਦੀਆਂ ਨੇ, ਜਿਵੇਂ ਕਣਕ ਲੈ ਕੇ ਆਉਂਦੀਆਂ ਨੇ ਹਰ ਸਾਲ, ਤਾਂ ਕਰੋਨਾ ਦੇ ਕਰਕੇ ਕੁਝ ਅਸਰ ਪਿਆ ਉਹਨਾਂ ਦੇ ਉੱਪਰ ਕਿ ਜਾਂ ਉਹ ਉਤਸ਼ਾਹ ਸੰਗਤ ਵਿੱਚ ਉਸੇ ਤਰ੍ਹਾਂ ਹੀ ਹੈ? ਨਹੀਂ, ਜਿਹੜੀ ਸੰਗਤ ਚੜ੍ਹਤ ਲੈ ਕੇ ਆਉਣ ਵਾਲੀ ਉਹਦੇ ਵਿੱਚ ਉਤਸ਼ਾਹ ਕਾਫੀ ਹੈ। ਥੋੜ੍ਹਾ ਮਾਮੂਲੀ ਜਿਹਾ ਫਰਕ ਪਿਆ ਵਾ। ਅਤੇ ਵੈਸੇ ਜਿਹੜੇ ਅੰਦਰ ਸੰਗਤ ਦੀ ਆਵਾਜਾਈ ਆ ਉਹ ਕਰੋਨਾ ਕਰਕੇ ਘਟੀ ਆ। ਮਤਲਬ 50% ਜਿਹੜੀ ਆ ਉਹ ਘਟੀ ਆ ਆਮ ਦਿਨਾਂ ਨਾਲ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸਰਦਾਰ ਸੁਖਦੇਵ ਸਿੰਘ ਭੂਰਾਕੋਨਾ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਰੋਨਾ ਦਾ ਲੰਗਰ ਹਾਲ 'ਤੇ ਕਿੰਨਾ ਕੁ ਪ੍ਰਭਾਵ ਇਸ ਵੇਲੇ ਦੇਖਣ ਨੂੰ ਮਿਲ ਰਿਹਾ ਹੈ। ਭੂਰਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਹੜਾ ਦਰ ਆ ਉਹ ਹਮੇਸ਼ਾ 24 ਘੰਟੇ ਸੰਗਤਾਂ ਦੇ ਦਰਸ਼ਨ ਦਿਦਾਰਿਆਂ ਲਈ ਅਤੇ ਪੇਟ ਪੂਰਤੀ ਲਈ ਖੁੱਲ੍ਹਾ ਰਹਿੰਦਾ। ਇੱਥੇ ਲੱਖਾਂ ਹੀ ਸ਼ਰਧਾਲੂ ਜਿਹੜੇ ਨੇ ਉਹ ਰਾਤ ਦਿਨ ਆ ਕੇ ਲੰਗਰ ਛਕਦੇ ਆ। ਪਿਛਲੇ ਸਾਲ ਤੋਂ ਜਦੋਂ ਕਰੋਨਾ ਮਹਾਂਮਾਰੀ ਆਈ ਆ, ਉਸ ਸਮੇਂ ਵੀ ਭਾਵੇਂ ਮੁਕੰਮਲ ਲੋਕਡਾਊਨ ਕਰਕੇ ਸੰਗਤਾਂ ਦੀ ਆਵਾਜਾਈ ਨਾ ਦੇ ਬਰਾਬਰ ਸੀ, ਪਰ ਗੁਰੂ ਕਾ ਲੰਗਰ ਉਸ ਸਮੇਂ ਵੀ ਖੁੱਲ੍ਹਾ ਰਿਹਾ, ਜਿਹੜਾ ਲੋੜਵੰਦਾਂ ਦੀ ਪੇਟ ਪੂਰਤੀ ਕਰਦਾ ਰਿਹਾ। ਕਿਸੇ ਸਮੇਂ ਇਹਦੇ 'ਚ ਸਾਡੀ ਰੋਜ਼ਾਨਾ 100 ਕੁਇੰਟਲ ਦੇ ਲਗਭਗ ਆਟਾ ਵੀ ਲੱਗਦਾ ਰਿਹਾ। ਪਰ ਹੁਣ ਜਦੋਂ ਕਰੋਨਾ ਪਿਛਲੇ ਸਾਲ ਦੇ ਕਰੋਨਾ ਮਹਾਂਮਾਰੀ ਤੋਂ ਬਾਅਦ ਜਦੋਂ ਨਾਰਮਲ ਹਾਲਾਤ ਹੋਏ ਤੇ 65-70 ਕੁਇੰਟਲ ਆਟਾ ਜਿਹੜਾ ਹੈ ਉਹ ਸਾਡਾ ਲੱਗਦਾ ਰਿਹਾ। ਭਾਵ 25-30 ਹਜ਼ਾਰ ਲੋਕ ਜਿਹੜੇ ਲੰਗਰ ਛਕ ਕੇ ਜਾਂਦੇ ਰਹੇ ਨੇ। ਇਸ ਵੇਲੇ ਜਦੋਂ ਦੁਬਾਰਾ ਹੁਣ ਇਹ ਮਹਾਂਮਾਰੀ ਫੈਲੀ ਆ, ਉਸ ਸਮੇਂ ਫਰਕ ਤਾਂ ਪਿਆ। 50% ਅੱਗੇ ਨਾਲੋਂ ਸੰਗਤ ਦਾ ਜਿਹੜਾ ਉਹ ਆਮਦ ਘਟੀ ਆ, ਕਿਉਂਕਿ ਜਿਵੇਂ ਬਾਹਰਲੇ ਸ਼ਹਿਰਾਂ ਵਿੱਚੋਂ ਟਰਾਂਸਪੋਰਟ ਦਾ ਆਉਣਾ ਜਾਣਾ ਜਾਂ ਦੂਜੇ ਸੂਬਿਆਂ ਵਿੱਚੋਂ ਰੇਲ ਗੱਡੀਆਂ ਦਾ ਆਉਣਾ ਜਾਣਾ ਬੰਦ ਹੋਣ ਕਰਕੇ, ਪਰ ਲੋਕਲ ਸੰਗਤਾਂ ਵਿੱਚ ਉਤਸ਼ਾਹ ਜਿਹੜਾ ਜਿਉਂਦਾ ਤਿਉਂ ਹੀ ਆ। ਜਿਹੜੀਆਂ ਲੋਕਲ ਸੰਗਤਾਂ ਨੇ ਉਹ ਉਸੇ ਉਤਸ਼ਾਹ ਨਾਲ ਹੀ ਇੱਥੇ ਸੇਵਾ ਕਰਦੀਆਂ ਨੇ, ਲੰਗਰ ਪਕਾਉਂਦੀਆਂ ਨੇ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ 'ਤੇ ਲੰਗਰ ਪਕਾਉਣ ਦੇ ਵਰਤਾਉਣ ਦੇ ਪ੍ਰਬੰਧ ਕੀਤੇ ਨੇ, ਪਰ ਇਸ ਸ਼ਹਿਰ ਦੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਸ਼ਮੂਲੀਅਤ ਤੋਂ ਬਗੈਰ ਸਾਡਾ ਕੁਝ ਵੀ ਜਿਹੜਾ ਪੂਰਾ ਨਹੀਂ ਹੁੰਦਾ। ਉਹ ਭਾਵੇਂ ਉਹ ਬਰਤਨ ਸਾਫ਼ ਕਰਨ ਦੀ ਸੇਵਾ ਹੋਵੇ, ਵਰਤਾਉਣ ਦੀ ਸੇਵਾ, ਉਹ ਨਿਰੰਤਰ ਪਹਿਲਾਂ ਵਾਂਗੂ ਉਤਸ਼ਾਹ ਨਾਲ ਕਰ ਰਹੀਆਂ ਨੇ। ਇਸੇ ਤਰ੍ਹਾਂ ਹੀ ਜਿਹੜਾ ਵੀ ਕੋਈ ਲੋੜਵੰਦ ਆਉਂਦਾ ਹੈ, ਉਹ ਰਾਤ ਆਵੇ ਦਿਨੇ ਆਵੇ, ਉਹਦੇ ਲਈ ਲੰਗਰ ਦੇ ਦਰਵਾਜ਼ੇ ਖੁੱਲ੍ਹੇ ਨੇ। ਸੰਗਤਾਂ ਆਪਣੇ ਕਿਰਤ ਕਮਾਈ ਵਿੱਚੋਂ ਹਿੱਸਾ ਪਾ ਕੇ ਇੱਥੇ, ਜਿਵੇਂ ਪਿਛਲੇ ਸਾਲ ਬੜੇ ਵੱਡੇ ਪੱਧਰ 'ਤੇ 40-42 ਹਜ਼ਾਰ ਕੁਇੰਟਲ ਕਣਕ ਜਿਹੜੀ ਹੈ ਉਹ ਪੂਰੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚੋਂ ਉਹ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਲਈ ਸੰਗਤਾਂ ਨੇ ਭੇਜੀ ਸੀ। ਇਸ ਵਾਰ ਵੀ ਸੰਗਤਾਂ 'ਚ ਉਤਸ਼ਾਹ ਹੈ। 10-12 ਹਜ਼ਾਰ ਕੁਇੰਟਲ ਜਿਹੜੀ ਉਹ ਆ ਚੁੱਕੀ ਆ। ਸਾਡੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਅਪੀਲ ਵੀ ਕੀਤੀ ਆ ਤਾਂ ਕਿ ਇਹ ਜਿਹੜਾ ਦਾਰਿਆ ਗੁਰੂ ਰਾਮਦਾਸ ਜੀ ਦਾ ਇਹ 24 ਘੰਟੇ ਖੁੱਲ੍ਹਾ, ਜਿੱਥੇ ਵੀ ਕਿਤੇ ਕੋਈ ਮਹਾਂਮਾਰੀ ਇਸ ਤੋਂ ਬਗੈਰ ਵੀ ਕੋਈ ਲੋੜ ਪਵੇ ਤੇ ਉੱਥੇ ਲੋੜਵੰਦਾਂ ਲਈ ਲੰਗਰ ਅਤੇ ਹੋਰ ਸਹੂਲਤਾਂ ਪਹੁੰਚਾਈਆਂ ਜਾਂਦੀਆਂ ਨੇ। 10-12 ਹਜ਼ਾਰ ਕੁਇੰਟਲ ਜਿਹੜੀ ਆ ਕਣਕ ਆ ਗਈ ਤੇ ਅਜੇ ਬਾਅਦ ਦਸਤੂਰ ਜਾਰੀ ਆ। ਤੇ ਸੰਗਤਾਂ ਨੂੰ ਇਹ ਅਪੀਲ ਆ, ਕਿਉਂਕਿ ਇਹ ਗੁਰੂ ਦਾ ਘਰ ਆ, ਇੱਥੇ ਕੋਈ ਅਮੀਰ ਆਵੇ, ਗਰੀਬ ਆਵੇ, ਕੋਈ ਹਿੰਦੂ ਆਵੇ, ਸਿੱਖ ਆਵੇ, ਮੁਸਲਮਾਨ ਆਵੇ, ਕਿਸੇ ਨਾਲ ਭਿੰਨ ਭੇਦ ਨਹੀਂ ਕੀਤਾ ਜਾਂਦਾ। ਉਹਨੂੰ ਲੰਗਰ ਛਕਾਉਣ ਲਈ, ਉਹਦੇ ਦਰਸ਼ਨ ਕਰਨ ਲਈ, ਉਹਦੇ ਇਸ਼ਨਾਨ ਕਰਨ ਲਈ ਇਹ ਗੁਰੂ ਦਾ ਸਾਂਝਾ ਘਰ ਹੈ ਜੀ। ਭੂਰਾ ਸਾਹਿਬ,
ਕੀ ਟਾਈਮਿੰਗ ਰਹਿੰਦੀ ਹੈ ਸਾਰੀ ਲੰਗਰ ਦਾ ਜਿਹੜਾ ਕਿੰਨੇ ਵਜੇ ਸ਼ੁਰੂਆਤ ਹੋ ਜਾਂਦੀ ਹੈ, ਕਿੰਨਾ ਸਮਾਂ ਚੱਲਦੀ ਹੈ, ਕਿਹੜੇ ਕਿਹੜੇ ਲੰਗਰ ਜਿਹੜੇ ਨੇ ਇੱਥੇ ਚੱਲਦੇ ਨੇ? ਵੈਸੇ ਤਾਂ ਜੀ ਇਹ ਲੰਗਰ 24 ਘੰਟੇ ਚੱਲਦਾ ਹੈ। ਕਦੀ ਕਿਸੇ ਨੂੰ ਇਹ ਨਹੀਂ ਕਿਹਾ ਜਾਂਦਾ ਵੀ ਰਾਤ 12 ਵਜਣ ਉਸ ਸਮੇਂ ਵੀ ਸਾਡਾ ਲੰਗਰ ਖੁੱਲ੍ਹਾ ਰਹਿੰਦਾ ਹੈ। ਸਾਡੇ ਜਿਹੜੇ ਸੇਵਾਦਾਰ ਨੇ ਉਹ ਸ਼ਿਫਟਾਂ 'ਚ ਡਿਊਟੀ ਕਰਦੇ ਆ। ਰਾਤ 11-12 ਵਜੇ ਤੋਂ ਬਾਅਦ ਵੀ ਜੇ ਕੋਈ ਸੰਗਤ ਆਉਂਦੀ ਆ ਲੰਗਰ ਛਕਣ ਵਾਲੀ ਤਾਂ ਉਹਨੂੰ ਮੋੜਿਆ ਨਹੀਂ ਜਾਂਦਾ। ਲੰਗਰ ਸਵੇਰੇ ਸੁੱਖ ਤੇ ਚਾਹ ਦੇ ਲੰਗਰ ਤੋਂ ਲੈ ਕੇ ਪ੍ਰਸ਼ਾਦਾ, ਖੀਰ, ਚੌਲ, ਜਿਵੇਂ ਜਿਵੇਂ ਵੀ ਅਸੀਂ ਨਾ ਸੰਗਤ ਨੂੰ ਇੱਥੇ ਅੱਖਾਂ ਤੇ ਬਿਠਾ ਕੇ, ਕਿਉਂਕਿ ਉਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਹ ਘਰ ਆਏ ਨੇ। ਕੋਸ਼ਿਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਆ ਕਿ ਹਰ ਪ੍ਰਕਾਰ ਦਾ ਜਿਹੜਾ ਲੰਗਰ ਆ ਵੈਸੇ ਮੈਂ ਤਾਂ ਇਹ ਸਮਝਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵੱਡਾ ਕਾਰਜ ਕੀਤਾ। ਜਿਵੇਂ ਆਕਸੀਜਨ ਦੇ ਲੰਗਰ ਲਾਏ ਆ, ਪ੍ਰਸ਼ਾਦਿਆਂ ਦੇ ਲੰਗਰ ਤਾਂ ਪਹਿਲਾਂ ਵੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਜਿਹੜਾ ਸਾਨੂੰ ਇਹ ਸੰਦੇਸ਼ ਬਖਸ਼ਿਆ ਸੀ, ਪਰ ਅੱਜ ਜਿਹੜੀ ਸਮੇਂ ਦੀ ਲੋੜ ਸੀ ਉਹ ਲੰਗਰ ਵੀ ਥਾਂ ਥਾਂ 'ਤੇ ਜਾ ਕੇ ਵਰਤਾਏ ਜਾ ਰਹੇ ਆ। ਜਿਹੜੀ ਵੀ ਸੰਗਤ ਇੱਥੇ ਆਉਂਦੀ ਆ ਉਹ ਜਿੱਥੇ ਗੁਰੂ ਦੇ ਦਰਸ਼ਨ ਕਰਕੇ ਤ੍ਰਿਪਤ ਹੁੰਦੀ ਹੈ, ਉਹਨਾਂ ਦੇ ਪੇਟ ਦੀ ਪੂਰਤੀ ਵਾਸਤੇ ਵੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਵੱਲੋਂ ਚਲਾਏ ਗਏ ਲੰਗਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਸਤੂਰ ਚਲਾ ਰਹੀ ਹੈ। ਇੱਕ ਜਾਣਕਾਰੀ ਦਿਓ ਕਿ ਭਾਫ ਦੇ ਨਾਲ ਜਿਹੜਾ ਲੰਗਰ ਤਿਆਰ ਕਰਨ ਦੀ ਵੀ ਇੱਕ ਜਿਹੜੀ ਤਜਵੀਜ਼ ਸੀ, ਕਿੱਥੋਂ ਤੱਕ ਨੇਪਰੇ ਚੜ ਗਈ ਹੈ ਤੇ ਜਾਂ ਜੇ ਹੋ ਗਈ ਹੈ ਤੇ ਕਿਸ ਤਰੀਕੇ ਨਾਲ ਤਿਆਰ ਹੋ ਰਿਹਾ ਜੀ? ਇਹ ਜਿਹੜੀ ਜੀ ਲੰਗਰ ਦੀ ਇਮਾਰਤ ਦਾ ਜਦੋਂ ਵਿਸਥਾਰ ਕੀਤਾ ਉਹਦੇ ਵਿੱਚ ਅਸੀਂ ਬਾਲਣ ਦੀ ਤੇ ਗੈਸ ਦੀ ਬਚਤ ਵਾਸਤੇ ਭਾਫ ਨਾਲ ਤਿਆਰ ਕਰਨ ਵਾਲੇ ਲੰਗਰ ਦਾ ਕਾਫੀ ਵੱਡੇ ਪੱਧਰ 'ਤੇ ਜਿਹੜਾ ਉਹ ਕੰਮ ਕੀਤਾ ਜਾ ਚੁੱਕਾ ਹੈ। ਪਿਛਲੇ ਸਮੇਂ ਸਾਡੇ ਪ੍ਰਧਾਨ ਮਾਨਯੋਗ ਬੀਬੀ ਜਗੀਰ ਕੌਰ ਜੀ ਨੇ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਿੰਘ ਸਾਹਿਬ ਵਾਲਿਆਂ ਨਾਲ ਗੱਲ ਕੀਤੀ ਸੀ। ਸ਼ਾਇਦ ਉਹ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਨੇ ਤੇ ਬਹੁਤ ਨਜ਼ਦੀਕ ਨੇ। ਛੇਤੀ ਹੀ ਪ੍ਰਧਾਨ ਸਾਹਿਬ ਦੀ ਅਗਵਾਈ 'ਚ ਇੱਥੇ ਜਿਹੜਾ ਭਾਫ ਦਾ ਲੰਗਰ ਆ ਉਹ ਬਾਬਾ ਬਲਜਿੰਦਰ ਸਿੰਘ ਜੀ ਆਪ ਸੇਵਾ ਕਰਨਾ ਚਾਹੁੰਦੇ ਸੀ। ਉਹਨਾਂ ਨੇ ਆਪ ਆਫਰ ਕੀਤੀ ਆ ਤੇ ਉਹ ਸਾਰੇ ਬਰਤਨ ਭਾਫ ਵਾਲੇ ਇੱਥੇ ਲਿਆ ਕੇ ਤੇ ਉਹ ਲੰਗਰ ਸ਼ੁਰੂ ਕਰ ਦੇਣਗੇ ਜੀ। ਇੱਕ ਆਖਰੀ ਸਵਾਲ ਹੈ ਜੀ ਕਿ ਜਿਹੜੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਤਾਂ ਪ੍ਰਤੀ ਸੇਵਾ ਵੀ ਕਰਦੀਆਂ ਨੇ, ਕਿਸ ਤਰੀਕੇ ਦੀ ਤੁਸੀਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ? ਕਿਉਂਕਿ ਕਰੋਨਾ ਦੇ ਕਰਕੇ ਸੰਗਤਾਂ ਜਿਹੜੀਆਂ ਬਾਹਰੋਂ ਉਹ ਵੀ ਘੱਟ ਆ ਰਹੀਆਂ ਨੇ, ਕਿਵੇਂ ਦਾ ਜਿਹੜਾ ਇੱਥੋਂ ਦਾ ਮਾਹੌਲ ਹੈ ਇਸ ਵੇਲੇ ਤੁਸੀਂ ਜਿਹੜਾ ਦੇਖ ਰਹੇ ਹੋ ਤੇ ਕਿਵੇਂ ਦੀ ਅਪੀਲ ਸੰਗਤ ਨੂੰ ਕਰਨੀ ਚਾਹੁੰਦੇ ਹੋ? ਵੈਸੇ ਤਾਂ ਜੀ ਸੰਗਤ ਨੂੰ ਇਹ ਅਪੀਲ ਹੈ ਵੀ ਹਾਲਾਤ ਬੜੇ ਕ੍ਰਿਟੀਕਲ ਬਣੇ ਨੇ, ਕਿਉਂਕਿ ਇਹ ਲੋਕਾਂ ਦੀ ਸਿਹਤ ਦਾ ਮਾਮਲਾ ਹੈ ਤੇ ਲੋਕਾਂ ਨੂੰ ਇਹ ਬੇਨਤੀ ਹੈ ਵੀ ਉਹ ਗੁਰੂ ਘਰ ਵਿਖੇ ਅਰਦਾਸ ਵੀ ਕਰਨ ਆਉਣ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਵੀ ਮੱਦੇਨਜ਼ਰ ਰੱਖਣ। ਜਿਵੇਂ ਸੈਨੀਟਾਈਜ਼ਰ ਦੀ ਵਰਤੋਂ ਆ, ਸਮਾਜਿਕ ਦੂਰੀ ਆ, ਇਹ ਰੱਖਣ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਵੀ ਰੱਖਣ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਦਰਸ਼ਨ ਕਰਨੇ ਆ ਉਹ ਵੀ ਕਰਨ, ਅਰਦਾਸ ਵੀ ਕਰਨ, ਕਿਉਂਕਿ ਇੱਥੇ ਕੀਤੀ ਅਰਦਾਸ ਬਿਰਥਾ ਨਹੀਂ ਜਾਂਦੀ। ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਰੋਜ਼ ਹੀ ਕਰਦੇ ਹਾਂ ਕਿ ਇਹ ਜਿਹੜੀ ਮਹਾਂਮਾਰੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਪੂਰੇ ਮੈਂ ਸਮਝਦਾ ਵਰਲਡ ਵਿੱਚ ਹੀ ਜਿਹੜੀ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣਿਆ ਹੈ। ਸਤਿਗੁਰੂ ਅੱਗੇ ਅਰਦਾਸ ਹੈ ਵੀ ਉਹ ਸਾਰੇ ਲੋਕ ਤੰਦਰੁਸਤ ਰਹਿਣ ਤੇ ਬਿਮਾਰੀ ਖਤਮ ਹੋਵੇ। ਇਹ ਸਾਡੀ ਸਤਿਗੁਰੂ ਅੱਗੇ ਅਰਦਾਸ ਹੈ ਤੇ ਲੋਕਾਂ ਨੂੰ ਅਪੀਲ ਆ ਕਿ ਉਹ ਇਸ ਬਿਮਾਰੀ ਦੇ ਮੱਦੇਨਜ਼ਰ ਜਿੱਥੇ ਸਤਿਗੁਰੂ ਅੱਗੇ ਆਪਣੀ ਅਰਦਾਸ ਕਰਨੀ ਆ ਉੱਥੇ ਸਮਾਜਿਕ ਦੂਰੀ ਦਾ ਧਿਆਨ ਖਾਸ ਕਰਕੇ ਰੱਖਣ। ਇੱਕ ਪੂਰਾ ਸਾਹਿਬ ਜਿਹੜੇ ਪ੍ਰਸ਼ਾਦੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਪੱਕਦੇ ਨੇ, ਸੰਗਤਾਂ ਪਕਾਉਂਦੀਆਂ ਨੇ, ਮਸ਼ੀਨੀ ਤੌਰ 'ਤੇ ਜਿਹੜੀ ਉਹਨਾਂ ਦੀ ਤਿਆਰੀ ਕੀਤੀ ਜਾਂਦੀ ਹੈ, ਕਿੰਨੀਆਂ ਕੁ ਮਸ਼ੀਨਾਂ ਲੱਗੀਆਂ ਹੋਈਆਂ ਨੇ ਜਾਂ ਹੋਰ ਜਿਹੜਾ ਮਸ਼ੀਨੀ ਤੌਰ 'ਤੇ ਕਿਸ ਤਰੀਕੇ ਦਾ ਲੰਗਰ ਕਿਹੜੀ ਮਸ਼ੀਨਾਂ ਨਾਲ ਤਿਆਰ ਹੁੰਦਾ ਜੀ? ਵੈਸੇ ਤਾਂ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਇਹ ਸੰਗਤਾਂ ਆਪਣੇ ਹੱਥਾਂ ਨਾਲ ਸੇਵਾ ਕਰਨ ਲੋਹ 'ਤੇ, ਪਰ ਜਦੋਂ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਆ ਉਸ ਲਈ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਨੇ ਪ੍ਰਸ਼ਾਦੇ ਪਕਾਉਣ ਵਾਲੀਆਂ ਮਸ਼ੀਨਾਂ ਉਹ 4-5 ਲਿਆਂਦੀਆਂ ਨੇ, ਬੜੇ ਵਧੀਆ ਪ੍ਰਸ਼ਾਦੇ ਤਿਆਰ ਕਰਦੀਆਂ ਨੇ। ਉਹ ਉਦੋਂ ਹੀ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਨੇ ਜਦੋਂ ਸੰਗਤ ਦੀ ਆਮਦ ਜ਼ਿਆਦਾ ਹੋਵੇ ਤੇ ਪਕਾਉਣ ਵਾਲੀ ਸੰਗਤ ਘੱਟ ਹੋਵੇ, ਉਦੋਂ ਵਰਤੋਂ 'ਚ ਲਿਆਉਣੇ ਆ। ਸਾਡੀ ਪਹਿਲੀ ਜਿਹੜੀ ਪ੍ਰੈਫਰੈਂਸ ਆ ਉਹ ਲੋਹ ਤੇ ਪੁਰਾਣੇ ਪੁਰਾਤਨ ਪਰੰਪਰਾ ਵਾਂਗੂ ਲੋਹ ਤੇ ਹੀ ਪ੍ਰਸ਼ਾਦੇ ਪਕਾਉਣ ਦੀ। ਇੱਕ ਆਰਗੈਨਿਕ ਸਬਜ਼ੀਆਂ ਤਿਆਰ ਕਰਨ ਦਾ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ ਸੀ ਸਤਲਾਣੀ ਸਾਹਿਬ, ਵੱਡੀ ਜਿਹੜੀ ਉੱਥੇ ਜ਼ਮੀਨ ਸੀ ਉੱਥੇ ਉਹ ਆਰਗੈਨਿਕ ਖੇਤੀ ਵੀ ਕੀਤੀ ਜਾਂਦੀ ਹੈ। ਉੱਥੋਂ ਕਿਹੜੀਆਂ ਸਬਜ਼ੀਆਂ ਜਿਹੜੀਆਂ ਨੇ ਇੱਥੇ ਲੈ ਕੇ ਆਈ ਜਾਂਦੀਆਂ ਨੇ ਤੇ ਲੰਗਰ ਹਾਲ ਦੇ ਵਿੱਚ ਕਿਹੜੀ ਕਿਸ ਤਰੀਕੇ ਨਾਲ ਤਿਆਰ ਹੁੰਦੀਆਂ? ਅਸਲ ਵਿੱਚ ਜੀ ਸਤਲਾਣੀ ਸਾਹਿਬ ਸਾਡਾ ਪ੍ਰੋਜੈਕਟ ਚੱਲਦਾ ਹੈ ਆਰਗੈਨਿਕ ਸਬਜ਼ੀਆਂ ਦਾ। ਸਮੁੱਚੇ ਰੂਪ ਵਿੱਚ ਇੱਥੇ ਆਰਗੈਨਿਕ ਤਾਂ ਨਹੀਂ ਚਲਾਈਆਂ ਜਾ ਸਕਦੀਆਂ ਕਿਉਂਕਿ ਸੰਗਤ ਇੱਥੇ ਆ ਕੇ ਭੇਟ ਵੀ ਕਰਦੀ ਆ, ਉਹਨੂੰ ਨਹੀਂ ਇਹ ਪੁੱਛਿਆ ਜਾਂਦਾ ਵੀ ਆਰਗੈਨਿਕ ਆ ਕਿ ਨਹੀਂ। ਵੈਸੇ ਅਸੀਂ ਉੱਥੇ 20 ਏਕੜ ਵਿੱਚ ਇੱਕ ਸਾਡਾ ਬਾਗ ਲੱਗਾ, ਉੱਥੇ ਆਰਗੈਨਿਕ ਫਲਾਂ ਦਾ, ਉਹਦੇ 'ਚ ਆਲੂ ਬੁਖਾਰਾ ਵਗੈਰਾ, ਇੱਕ ਸਬਜ਼ੀਆਂ ਜਿਹੜੀਆਂ ਨੇ ਜਿਵੇਂ ਪਿਛਲੇ ਸਮੇਂ 'ਚ ਗੋਭੀ ਸੀ, ਹੁਣ ਇਸ ਸਮੇਂ ਵਿੱਚ ਸਾਡੇ ਜਿਵੇਂ ਸ਼ਿਮਲਾ ਮਿਰਚ ਆ, ਕੱਦੂ ਆ ਜਾਂ ਕੋਈ ਹੋਰ ਚੀਜ਼ਾਂ ਨੇ ਨਾ, ਉਹ ਜਿੰਨੀਆਂ ਕੁ ਉੱਥੇ ਤਿਆਰ ਹੁੰਦੀਆਂ ਨੇ ਉਹ ਲਿਆ ਕੇ ਹੀ ਇੱਥੇ ਹੀ ਵਰਤਾਉਣੇ ਆ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਹੀ। ਪਰ ਫਿਰ ਵੀ ਕਿਉਂਕਿ ਪੂਰੇ ਤੌਰ 'ਤੇ ਇਹਨੂੰ ਆਰਗੈਨਿਕ ਕਰਨਾ, ਕਿਉਂਕਿ ਜਦੋਂ ਕੋਈ ਵੀ ਸੰਗਤ ਉਹ ਟਰੱਕ ਸਬਜ਼ੀ ਦਾ ਲੈ ਕੇ ਆਵੇ ਅਸੀਂ ਉਹਨੂੰ ਇਹ ਕਹਿ ਨਹੀਂ ਸਕਦੇ ਵੀ ਤੁਹਾਡੀ ਆਰਗੈਨਿਕ ਨਹੀਂ, ਉਹ ਸਾਨੂੰ ਬਣਾਉਣੀ ਪੈਂਦੀ ਆ। ਸੰਗਤ ਦੀ ਵੱਧ ਆਮਦ ਕਰਕੇ ਜਿੰਨੀ ਕੁ ਸਾਨੂੰ ਉੱਥੋਂ ਆਉਂਦੀ ਉਹ ਵਰਤਦੇ ਆ, ਬਾਕੀ ਜਿਹੜੀ ਉਹ ਬਾਜ਼ਾਰ 'ਚੋਂ ਲਿਆ ਕੇ ਜਾਂ ਸੰਗਤ ਦੀ ਚੜ੍ਹਦੀ ਸਬਜ਼ੀ ਆ, ਦਾਲ ਆ, ਉਹ ਵਰਤਾਉਣੇ। ਬਹੁਤ ਬਹੁਤ ਧੰਨਵਾਦ। ਓਕੇ ਜੀ, ਥੈਂਕ ਯੂ ਜੀ।
ਸੋ ਇਹ ਸਨ ਸਰਦਾਰ ਸੁਖਦੇਵ ਸਿੰਘ ਭੂਰਾ ਕੋਨਾ, ਜਿਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜੇ ਸ਼ਰਧਾਲੂ ਆਉਂਦੇ ਨੇ ਨਿੱਤ ਆਮ ਦਿਨਾਂ ਦੇ ਵਿੱਚ ਜਦੋਂ ਇਹ ਸੰਗਤ ਇੱਥੇ ਪਹੁੰਚਦੀ ਹੈ ਤਾਂ 1 ਲੱਖ ਤੋਂ ਵਧੇਰੇ ਸੰਗਤ ਰੋਜ਼ਾਨਾ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਛਕਦੀ ਹੈ। ਤੇ ਕਰੋਨਾ ਮਹਾਮਾਰੀ ਜਦੋਂ ਦੀ ਸ਼ੁਰੂਆਤ ਹੋਈ ਹੈ ਵਿਸ਼ਵ ਭਰ ਦੇ ਵਿੱਚ ਇਹ ਲਗਾਤਾਰ ਪ੍ਰਕੋਪ ਜਿਹੜਾ ਜਾਰੀ ਹੈ, ਤਾਂ 50% ਦੀ ਜਿਹੜੀ ਹੈ ਸੰਗਤ ਉਸ ਦੀ ਆਮਦ ਘਟੀ ਹੈ ਤੇ ਜਿਸ ਦਾ ਪ੍ਰਭਾਵ ਹੈ ਉਹ ਲੰਗਰ ਤੇ ਵੀ ਦੇਖਣ ਨੂੰ ਮਿਲਦਾ ਹੈ। ਪਰ ਜਿਹੜੇ ਇੱਥੇ ਰੋਜ਼ਾਨਾ ਆਉਣ ਵਾਲੇ ਸ਼ਰਧਾਲੂ ਨੇ ਉਹਨਾਂ ਦੇ ਵਿੱਚ ਉਤਸ਼ਾਹ ਸੇਮ ਜਿਹੜਾ ਉਹ ਬਰਕਰਾਰ ਹੈ। ਉਹਨਾਂ ਵੱਲੋਂ ਜਿਹੜੀ ਸੇਵਾ ਵੀ ਕੀਤੀ ਜਾਂਦੀ ਹੈ ਤੇ ਪ੍ਰਸ਼ਾਦੇ ਤਿਆਰ ਕਰਕੇ ਇੱਥੇ ਛਕਿਆ ਵੀ ਜਾਂਦਾ ਹੈ। ਤਾਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਕਰੋਨਾ ਮਹਾਮਾਰੀ ਦੀਆਂ ਹਦਾਇਤਾਂ ਨੂੰ ਪਾਲਣਾ ਵੀ ਜ਼ਰੂਰੀ ਕਰਨ ਅਤੇ ਸਿੱਖ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਜਾਂ ਗੁਰੂ ਘਰ ਪਹਿਲਾਂ ਜਿਹੜੀ ਸੇਵਾ ਕਰਦੀਆਂ ਸਨ, ਖਾਸ ਤੌਰ ਤੇ ਜਿਹੜੀਆਂ ਰਸਤਾ ਬਸਤਾਂ ਪਹੁੰਚਾਉਂਦੀਆਂ ਸਨ, ਤਾਂ ਗੁਰੂ ਸਾਹਿਬ ਦੇ ਸਿਧਾਂਤ ਦੇ ਮੁਤਾਬਕ ਆਪਣਾ ਦਸਵੰਧ ਜ਼ਰੂਰ ਕੱਢ ਕੇ ਗੁਰੂ ਸਾਹਿਬ ਦੀ ਜਿਹੜੀਆਂ ਖੁਸ਼ੀਆਂ ਨੇ ਉਹ ਜ਼ਰੂਰ ਪ੍ਰਾਪਤ ਕਰਨ। ਹਰਿੰਦਰ ਸਿੰਘ ਨਾਲ ਸੁਰਿੰਦਰਪਾਲ ਸਿੰਘ ਵਰਪਾਲ, ਅੰਮ੍ਰਿਤਸਰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।